ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨੀ ਮੁੱਦਿਆਂ ਦੇ ਦੋ ਅਹਿਮ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਲੱਖੇ ਸੁਧਾਣੇ ਦੀ ਕਿਸਾਨ ਅੰਦੋਲਨ ਤੇ ਵਾਪਸੀ ਤੋਂ ਬਾਅਦ ਹੁਣ ਗੁਰਨਾਮ ਚੜੂਨੀ ਦੇ ਵੱਲੋਂ ਜਾਣੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦੀਪ ਸਿੱਧੂ ਬਾਰੇ ਵੀ ਵੱਡਾ ਬਿਆਨ ਆਇਆ, ਵੱਡਾ ਫੈਸਲਾ ਲਿਆ ਗਿਆ ਹੈ। ਕੀ ਇਹ ਫੈਸਲਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਜਿਹੜੇ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਨੂੰ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੀ ਮਾਰ ਝੱਲਣੀ ਪੈ ਰਹੀ ਹੈ, ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹਦਾ ਕੀ ਕਾਰਨ ਤਾਂ ਚਲੋ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਹੁਣ ਹੋ ਕੀ ਸਕਦਾ ਹੈ। ਨਾਲ ਦੀ ਨਾਲ ਇਹ ਵੀ ਹੈ ਕਿ ਲੋਕ ਜਿਹੜੇ ਹੈਗੇ ਆ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਤੋਂ ਬਾਅਦ ਹੁਣ ਜਿਹੜੇ ਆਮ ਹੋਰ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕੋਈ ਵੀ ਪਾਰਟੀ ਹੈ, ਉਹਨਾਂ ਦੇ ਲੀਡਰਾਂ ਨੂੰ ਵੀ ਹੁਣ ਜਿਹੜਾ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਕਿਸਾਨਾਂ ਦਾ। ਕਿਸਾਨ ਕਹਿੰਦੇ ਨੇ ਕਿ 2022 ਦੀਆਂ ਵੋਟਾਂ ਆਉਣ ਦਿਓ ਸਹੀ, ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਮੰਗਣ ਆਇਆਂ ਨੂੰ ਦੱਸਾਂਗੇ ਪਤਾ ਕਿ ਵੋਟਾਂ ਮੰਗੀ ਦੇ ਕਿਵੇਂ ਆ, ਲੋਕਾਂ ਦੇ ਨਾਲ ਝੂਠੇ ਵਾਅਦੇ ਕਰੀ ਦੇ ਕਿਵੇਂ ਆ, ਕੀ ਕੁਝ ਲੋਕ ਬੋਲ ਰਹੇ ਨੇ ਤੇ ਕੀ ਕੁਝ ਉਹਨਾਂ ਦੇ ਵੱਲੋਂ ਫੈਸਲੇ ਲਏ ਗਏ ਨੇ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਕਿ ਜਿਹੜਾ ਗੁਰਨਾਮ ਸਿੰਘ ਚੜੂਨੀ ਹੁਣਾਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਲੱਖਾ ਸਿਧਾਣਾ ਦੀ ਜਿਹੜੀ ਵਾਪਸੀ ਹੋ ਗਈ ਹੈ, ਠੀਕ ਹੈ, ਲੱਖਾ ਸਿਧਾਣਾ ਨੇ ਸਿਰਫ ਅਨੁਸ਼ਾਸਨ ਕਹਿੰਦੇ ਭੰਗ ਕੀਤਾ ਸੀ, ਇਸ ਕਰਕੇ ਉਹਦੀ ਵਾਪਸੀ ਕਰਵਾ ਲਈ ਗਈ ਹੈ, ਪਰ ਦੀਪ ਸਿੱਧੂ ਦੇ ਨਾਲ ਮਿਲ ਕੇ ਨਹੀਂ ਚੱਲਿਆ ਜਾਊਗਾ। ਪਰ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਨਾਲ ਲਾ ਕੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਦਿਖਾਉਣੀ ਚਾਹੀਦੀ ਹੈ, ਸਰਕਾਰ ਨੂੰ ਆਪਸ ਦੇ ਵਿੱਚ ਇੱਕ ਵਾਰੀ ਮਿਲ ਕੇ ਚੱਲਣਾ ਚਾਹੀਦਾ ਹੈ, ਪੰਜਾਬ ਜਾ ਕੇ ਜੋ ਮਰਜ਼ੀ ਗੱਲਾਂ ਕਰ ਲਈਏ। ਕੀ ਲੱਗਦਾ ਹੈ ਕਿ ਲੱਖੇ ਸਿਧਾਣੇ ਦੀ ਵਾਪਸੀ ਤੋਂ ਬਾਅਦ ਜੋ ਦੀਪ ਸਿੱਧੂ ਬਾਰੇ ਫੈਸਲਾ ਲਿਆ ਗਿਆ ਕਿਸਾਨ ਜਥੇਬੰਦੀਆਂ ਦਾ, ਉਹ ਸਹੀ ਹੈ? ਸੁਖਵਿੰਦਰ ਜੀ, ਜਦੋਂ ਅਸੀਂ ਕਿਸਾਨ ਸੰਘਰਸ਼ ਦੀ ਪੜਚੋਲ ਕਰਦੇ ਹਾਂ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੁੰਦਾ ਕਿ ਇਹ ਕਿਸਾਨ ਜਿਹੜਾ ਸੰਘਰਸ਼ ਹੈ ਇਹ ਇੱਥੋਂ ਤੱਕ ਕਿਵੇਂ ਪਹੁੰਚਿਆ। ਇਹ ਜੇ ਇੱਥੋਂ ਤੱਕ ਪਹੁੰਚਿਆ ਤਾਂ ਉਹਦੇ ਵਿੱਚ ਅਨੁਸ਼ਾਸਨ ਦਾ ਜਿਹੜਾ ਰੋਲ ਹੈ, ਡਿਸਪਲਿਨ ਦਾ ਜੋ ਰੋਲ ਹੈ, ਬਹੁਤ ਵੱਡਾ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਕਿ 32 ਜਥੇਬੰਦੀਆਂ ਪੰਜਾਬ ਦੀਆਂ ਪਹਿਲਾਂ ਉਹ ਇਕੱਠੀਆਂ ਹੋਈਆਂ, ਫਿਰ ਹੌਲੀ ਹੌਲੀ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ, ਫਿਰ ਆਪਾਂ ਨੂੰ ਪਤਾ ਹੈ ਕਿ ਯੂਪੀ ਦੇ ਜਿਹੜੇ ਕਿਸਾਨ ਲੀਡਰ ਨੇ, ਔਰ ਉਸ ਤੋਂ ਬਾਅਦ ਫਿਰ ਉੱਤਰਾਖੰਡ ਦੇ। ਹੌਲੀ ਹੌਲੀ ਕੀ ਹੋ ਗਿਆ ਕਿ ਲਗਭਗ 400 ਜਥੇਬੰਦੀਆਂ ਕਿਸਾਨਾਂ ਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਬਕਾਇਦਾ ਤੌਰ 'ਤੇ ਅਨੁਸ਼ਾਸਨ ਜਿਹੜਾ ਸੀਗਾ ਉਹ ਰੱਖਿਆ। ਔਰ 26 ਜਨਵਰੀ ਦੀ ਜੋ ਘਟਨਾ ਵਾਪਰੀ, ਉੱਥੋਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਉਲਟ ਪੁਲਟ ਹੋਣੀਆਂ ਸ਼ੁਰੂ ਹੋ ਗਈਆਂ। ਉਹਦੇ ਵਿੱਚ ਕਾਰਨ ਇਹੀ ਸੀਗਾ ਕਿ ਉਹ ਜਿਹੜਾ ਅਨੁਸ਼ਾਸਨ ਕਿਸੇ ਵੇਲੇ ਰੱਖਿਆ ਗਿਆ ਸੀਗਾ, ਲੰਬਾ ਸਮਾਂ ਅਨੁਸ਼ਾਸਨ ਦੇ ਰਾਹੀਂ ਚੀਜ਼ਾਂ ਹੋ ਰਹੀਆਂ ਸੀਗੀਆਂ, ਉੱਥੇ ਕਿਤੇ ਨਾ ਕਿਤੇ ਅਨੁਸ਼ਾਸਨ ਭੰਗ ਹੁੰਦਾ ਨਜ਼ਰ ਆਇਆ। ਆਪਾਂ ਨੇ ਸਾਰਿਆਂ ਨੇ ਟੀਵੀ ਦੇ ਉੱਤੇ ਦੇਖਿਆ ਜਾਂ ਆਪਣੇ ਫੋਨਾਂ ਦੇ ਉੱਤੇ ਜੋ ਉਸ ਵੇਲੇ ਕਾਰਵਾਈ ਹੋਈ ਹੈ, ਔਰ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਲੋਕਾਂ ਦੇ ਵਿੱਚ ਜਦੋਂ ਉਤਸ਼ਾਹ ਸੀਗਾ, ਪਰ ਉਸ ਉਤਸ਼ਾਹ ਨੂੰ ਕੰਟਰੋਲ ਜਿਹੜਾ ਸੀਗਾ ਅਨੁਸ਼ਾਸਨਬੱਧ ਹੋ ਕੇ ਹੀ ਕੀਤਾ ਜਾ ਸਕਦਾ ਸੀਗਾ, ਪਰ ਉਹ ਅਨੁਸ਼ਾਸਨਬੱਧ ਨਹੀਂ ਹੋਇਆ। ਔਰ ਉਹਦਾ ਨਤੀਜਾ ਇਹ ਹੋ ਗਿਆ ਕਿ ਬਹੁਤ ਸਾਰੇ ਸਾਡੇ ਕਿਸਾਨ, ਖਾਸ ਤੌਰ 'ਤੇ ਨੌਜਵਾਨ ਜਿਹੜੇ ਸੀਗੇ, ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ। ਔਰ ਅਸੀਂ ਜਿਹੜਾ ਖਾਸ ਤੌਰ 'ਤੇ ਜਿਹੜਾ ਕਿਸਾਨ ਮੋਰਚਾ ਹੈ, ਵੱਖ-ਵੱਖ ਜਥੇਬੰਦੀਆਂ ਨੇ ਜੋ ਇੱਕ ਟੀਚਾ ਮਿੱਥਿਆ ਸੀਗਾ, ਉਹ ਟੀਚਾ ਸੀਗਾ ਕਿ ਇਹ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣਾ ਔਰ ਨਵਾਂ ਕਾਨੂੰਨ MSP ਵਾਲਾ ਉਹ ਬਣਵਾਉਣਾ। ਇਹਨਾਂ ਦੇ ਉੱਤੇ ਫੋਕਸ ਹੋਣ ਦੀ ਬਜਾਏ ਮੋਰਚਾ ਜਿਹੜਾ ਸੀਗਾ ਇਹਨੂੰ ਖੰਡਾਉਣ ਦੀ ਕੋਸ਼ਿਸ਼ ਕੀਤੀ। ਇਹ ਜਿਹੜਾ ਸੀਗਾ ਮੁੱਦੇ ਜਿਹੜੇ ਸੀਗੇ ਭੜਕਾਉਣ ਦੀ ਕੋਸ਼ਿਸ਼ ਕੀਤੇ ਗਏ, ਔਰ ਉਹਦੇ ਵਿੱਚੋਂ ਕੀ ਨਿਕਲਿਆ ਕਿ ਦਿੱਲੀ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਕਿਸਮ ਦਾ ਜਿਹੜਾ ਹੈ ਹੋਰ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਔਰ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਔਰ ਖ਼ਾਸ ਤੌਰ 'ਤੇ ਉਹਨਾਂ ਦੇ ਨਾਲ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਵੱਡਾ ਇੱਕ ਨੁਕਸਾਨ 26 ਜਨਵਰੀ ਨੂੰ ਵੇਖਣ ਨੂੰ ਮਿਲਿਆ। ਔਰ ਉਹਦੇ ਪਿੱਛੇ ਕਾਰਨ ਕੀ ਸੀਗਾ ਕਿ ਦੋ ਮੁੱਖ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਸਰਕਾਰ ਨੇ ਵੀ ਵਰਤਿਆ ਔਰ ਜਿਨ੍ਹਾਂ ਨੂੰ ਵੱਖ-ਵੱਖ ਏਜੰਸੀਆਂ ਜਿਹੜੀਆਂ ਸੈਂਟਰ ਦੀਆਂ ਨੇ ਉਹ ਵਰਤ ਕੇ ਵਰਗਲਾ ਕੇ ਜਿਹੜਾ ਸੀਗਾ ਔਰ ਉਹਨਾਂ ਨੂੰ ਜਾਣ ਬੁੱਝ ਕੇ ਲਾਲ ਕਿਲੇ 'ਤੇ ਲਿਜਾਂਦਾ ਗਿਆ ਲੋਕਾਂ ਨੂੰ, ਔਰ ਉਹ ਕੰਮ ਕਰਵਾਇਆ ਗਿਆ ਜਿਹੜਾ ਕਿ ਕਿਸਾਨ ਸੰਘਰਸ਼ ਦੇ ਨਾਲ ਕੋਈ ਉਹਦਾ ਵਾਹ ਵਾਸਤਾ ਹੀ ਨਹੀਂ ਸੀਗਾ। ਔਰ ਉਹਦਾ ਨਤੀਜਾ ਆਪਾਂ ਨੂੰ ਪਤਾ ਹੈ ਕਿ ਬਹੁਤ ਵੱਡਾ ਘਾਟਾ ਪੈ ਸਕਦਾ ਸੀਗਾ ਜੇਕਰ ਉਹ ਜਿਹੜਾ ਸੀਗਾ ਉਸ ਚੀਜ਼ ਨੂੰ ਉਦਣ 27 ਜਾਂ 28 ਤਰੀਕ ਨੂੰ ਨਾ ਸੰਭਾਲਿਆ ਹੁੰਦਾ। ਸੋ ਉਹਦਾ ਨਤੀਜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਬਾਅਦ ਦੇ ਵਿੱਚ ਜਿਹੜੀ 3 ਮੈਂਬਰੀ ਕਮੇਟੀ ਵੱਖ-ਵੱਖ ਜਥੇਬੰਦੀਆਂ ਦੀ ਬਣੀ, ਉਹਨਾਂ ਨੇ ਇਹੀ ਕਿਹਾ
ਕਿ ਲੱਖਾ ਸਿਧਾਣਾ ਜਿਹੜਾ ਹੈ ਕਿ ਅਨੁਸ਼ਾਸਨ ਭੰਗ ਬੇਸ਼ੱਕ ਕੀਤਾ ਹੈ, ਪਰ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਲੱਖਾ ਸਿਧਾਣਾ ਜੇ ਅਨੁਸ਼ਾਸਨਬੱਧ ਰਹਿੰਦੇ ਨੇ, ਜੇ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮੋਢਾ ਰਲ ਕੇ ਚੱਲਣਾ ਚਾਹੁੰਦੇ ਨੇ, ਤਾਂ ਲਾਜ਼ਮੀ ਤੌਰ 'ਤੇ ਉਹਨਾਂ ਨੂੰ ਲੈ ਲੈਣਾ ਚਾਹੀਦਾ ਹੈ। ਪਰ ਜਿੱਥੋਂ ਤੱਕ ਜਿਵੇਂ ਚੜੂਨੀ ਸਾਹਿਬ ਦੀ ਤੁਸੀਂ ਜ਼ਿਕਰ ਕੀਤਾ ਹੈ, ਚੜੂਨੀ ਸਾਹਿਬ ਜਾਂ ਵੱਖ-ਵੱਖ ਜਥੇਬੰਦੀਆਂ ਦਾ ਵੀ ਇਹ ਇੱਛਾ ਹੈ ਕਿ ਉਹਨਾਂ ਦੀ ਸੋਚ ਇਹ ਹੈ ਕਿ ਸਾਨੂੰ ਫਿਲਹਾਲ ਦੀਪ ਸਿੱਧੂ ਨੂੰ ਜਿਹੜਾ ਹੈਗਾ ਉਹਨੂੰ ਹਜੇ ਪਰਖਣ ਦੀ ਲੋੜ ਹੈ, ਹੋਰ ਹਜੇ ਉਹਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਜਿਹੜੀ ਹੈਗੀ ਹੈ ਵਿਚਾਰਧਾਰਕ ਕਿਤੇ ਨਾ ਕਿਤੇ ਟਕਰਾਅ ਦੀਪ ਸਿੱਧੂ ਤੇ ਕਿਸਾਨ ਜਥੇਬੰਦੀਆਂ 'ਚ ਲਗਾਤਾਰ ਰਿਹਾ। ਖਾਸ ਤੌਰ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਦੀਪ ਸਿੱਧੂ ਹੋਰਾਂ ਨੇ ਸ਼ੰਭੂ ਬਾਰਡਰ 'ਤੇ ਆਪਣਾ ਵੱਖਰਾ ਉਹਨਾਂ ਨੇ ਪੀਪਣੀ ਵਜਾਈ ਆਪਣੀ, ਔਰ ਵੱਖਰਾ ਆਪਣਾ ਰੌਲਾ ਪਾਇਆ। ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਦੀਪ ਸਿੱਧੂ ਨੂੰ ਜਾਂ ਲੱਖੇ ਸਿਧਾਣੇ ਨੂੰ ਜੇ ਅਨੁਸ਼ਾਸਨਬੱਧ ਹੋ ਕੇ ਜੇ ਉਹ ਚਾਹੁਣ ਅਗਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਜੇ ਕੋਈ ਕਾਰਵਾਈ ਕਰਨਗੇ, ਜੇ ਲੱਖਾ ਸਿਧਾਣਾ ਵੀ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਜੀ ਆਇਆਂ ਕਹਿ ਦੇਣਾ ਚਾਹੀਦਾ ਹੈ। ਪਰ ਦੀਪ ਸਿੱਧੂ ਨੂੰ ਜਿਸ ਤਰੀਕੇ ਦੇ ਨਾਲ ਨਕਾਰਿਆ ਜਾ ਰਿਹਾ ਜਥੇਬੰਦੀਆਂ ਦੇ ਵੱਲੋਂ, ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਇਹਨੂੰ ਨਾਲ ਲੈ ਕੇ ਨਹੀਂ ਚੱਲਣਾ। ਪਹਿਲਾਂ ਲੱਖੇ ਨੂੰ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜਥੇਬੰਦੀਆਂ ਨੇ ਇਸ ਕਰਕੇ ਨਹੀਂ ਲੱਖੇ ਸਿਧਾਣੇ ਦੀ ਵਾਪਸੀ ਕਰਵਾਈ ਕਿ ਉਹਨਾਂ ਨੇ ਕੋਈ ਜਾਂਚ ਕੀਤੀ ਜਾਂ ਕੁਛ, ਸਿਰਫ ਲੋਕਾਂ ਦੇ ਰੋਹ ਅੱਗੇ ਜਥੇਬੰਦੀਆਂ ਝੁਕ ਗਈਆਂ ਨੇ, ਕਿਉਂਕਿ ਜਥੇਬੰਦੀਆਂ ਆਪਣੀ ਕਹਿੰਦੇ ਮਨਮਰਜ਼ੀ ਕਰ ਰਹੀਆਂ ਸੀ। ਲੋਕਾਂ ਦਾ ਇਲਜ਼ਾਮ ਹੈ ਇਹ ਕਿ ਜਥੇਬੰਦੀਆਂ ਆਪਣੀ ਮਨਮਰਜ਼ੀ ਕਰ ਰਹੀਆਂ ਸੀ, ਜਿਹਦੇ ਕਰਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕ ਚਾਹੁੰਦੇ ਸੀ ਕਿ ਜਥੇਬੰਦੀਆਂ ਜਿਹੜੇ ਨੌਜਵਾਨ ਮੁੰਡੇ ਨੇ ਲੱਖੇ ਸਿਧਾਣੇ ਵਰਗੇ ਉਹਨਾਂ ਨੂੰ ਅੱਗੇ ਲੈ ਕੇ ਆਉਣ, ਉਸੇ ਰੋਹ ਦੇ ਅੱਗੇ ਕਹਿੰਦੇ ਹੁਣ ਝੁੱਕ ਕੇ ਜਥੇਬੰਦੀਆਂ ਉਹਨਾਂ ਨੂੰ ਲੈ ਕੇ ਆਈਆਂ। ਅਤੇ ਹੁਣ ਦੀਪ ਸਿੱਧੂ ਨੂੰ ਵੀ ਇੱਕ ਵਾਰੀ ਮਾफ़ ਕਰ ਦੇਣਾ ਚਾਹੀਦਾ, ਇੱਕ ਵਾਰੀ ਪਰਖ ਲੈਣਾ ਚਾਹੀਦਾ ਅਤੇ ਦੀਪ ਸਿੱਧੂ ਨੂੰ ਕਹਿੰਦੇ ਅੱਗੇ ਲੈ ਕੇ ਆਉਣਾ ਚਾਹੀਦਾ। ਦੇਖੋ, ਜਿੱਥੋਂ ਤੱਕ ਲੋਕਾਂ ਦੇ ਰੋਹ ਦਾ ਸੰਬੰਧ ਹੈ, ਮੈਨੂੰ ਲੱਗਦਾ ਹੈ ਕਿ ਇਸ ਵੇਲੇ ਬਹੁਤ ਨਾਜ਼ੁਕ ਦੌਰ 'ਚੋਂ ਕਿਸਾਨ ਮੋਰਚਾ ਜਿਹੜਾ ਹੈਗਾ, ਕਿਸਾਨ ਸੰਘਰਸ਼ ਗੁਜ਼ਰ ਰਿਹਾ, ਔਰ ਆਪਾਂ ਨੇ ਦੇਖਿਆ ਹੈ ਕਿ ਇਹਦੇ ਵਿੱਚ ਬਹੁਤ ਫੂਕ ਕੇ ਕਦਮ ਜਿਹੜੇ ਨੇ ਉਹ ਰੱਖੇ ਜਾਣੇ ਚਾਹੀਦੇ ਵੀ ਨੇ, ਔਰ ਅਨੁਸ਼ਾਸਨਬੱਧ ਹੋਣਾ ਬਹੁਤ ਹੀ ਜ਼ਰੂਰੀ ਹੈ, ਔਰ ਏਕਾ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਔਰ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਜਿਹੜਾ ਹੈਗਾ ਉਹਨੂੰ ਅੱਜ ਲੋੜ ਵੀ ਹੈ ਇਸ ਕਿਸਾਨ ਸੰਘਰਸ਼ ਨੂੰ, ਔਰ ਸਾਰਿਆਂ ਨੂੰ ਇਹਦੇ ਵਿੱਚ ਆਪਣੇ ਤੌਰ 'ਤੇ ਕਿਤੇ ਨਾ ਕਿਤੇ ਪਾਰਟੀਸਪੇਟ ਕਰਨਾ ਚਾਹੀਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਲੱਖਾ ਸਿਧਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅਨੁਸ਼ਾਸਨ ਨੂੰ ਮੰਨਦਾ ਹੋਇਆ ਕਿਸਾਨ ਜਥੇਬੰਦੀਆਂ ਦੀ ਜਿਹੜੀ ਗੱਲ ਹੈ, ਜਾਂ ਜੋ ਵੀ ਉਹਨਾਂ ਦੀ ਫੈਸਲੇ ਹੋਣਗੇ ਉਹਨਾਂ ਨੂੰ ਜੇ ਮੰਨੇਗਾ ਤਾਂ ਲਾਜ਼ਮੀ ਤੌਰ 'ਤੇ ਉਹਦਾ ਫਾਇਦਾ ਕਿਸਾਨ ਸੰਘਰਸ਼ ਨੂੰ ਵੀ ਹੋਏਗਾ, ਔਰ ਲੱਖੇ ਸਿਧਾਣੇ ਨੂੰ ਵੀ ਉਹਦੇ ਫਿਊਚਰ ਦੇ ਵਿੱਚ ਵੀ ਉਹਨੂੰ ਫਾਇਦਾ ਹੋ ਸਕਦਾ। ਕਿਉਂਕਿ ਲੀਡਰਸ਼ਿਪ ਜਿਹੜੀ ਹੁੰਦੀ ਹੈ, ਲੀਡਰਸ਼ਿਪ ਇਹ ਨਹੀਂ ਹੁੰਦਾ ਇਕੱਲੇ ਚੱਲ ਕੇ ਨਹੀਂ ਹੁੰਦੀ। ਲੀਡਰਸ਼ਿਪ ਹਮੇਸ਼ਾ ਇਕੱਠਿਆਂ ਰਹਿ ਕੇ, ਔਰ ਖਾਸ ਤੌਰ 'ਤੇ ਇੱਦਾਂ ਦੇ ਸੰਘਰਸ਼ਾਂ ਦੇ ਵਿੱਚ ਜਿਨ੍ਹਾਂ ਨੇ ਲੰਬਾ ਚੱਲਣਾ ਹੁੰਦਾ, ਜਿਹੜੇ ਸੰਘਰਸ਼ਾਂ ਨੇ ਉਹਦੇ ਵਿੱਚ ਤਾਂ ਤੁਹਾਨੂੰ ਏਕਤਾ ਜਿਹੜੀ ਹੁੰਦੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ। ਉਹਦੇ ਵਿੱਚ ਇਸ ਲਈ ਤੁਸੀਂ ਕਹਿ ਰਹੇ ਹੋ ਜਿਹੜਾ ਕਿ ਲੋਕਾਂ ਨੂੰ ਇੱਕ ਖਦਸ਼ਾ ਸੀਗਾ ਕਿ ਇਹ ਵੱਖਰੇ ਹੋ ਕੇ ਨਹੀਂ ਹੋਣਾ ਚਾਹੀਦਾ, ਅਲੱਗ ਆਪਣੀ ਪੀਪਣੀ ਨਹੀਂ ਵਜਾਉਣੀ ਚਾਹੀਦੀ, ਸਗੋਂ ਇਕੱਠੇ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਵੀ ਲੱਖੇ ਸਿਧਾਣੇ ਦਾ ਫਾਇਦਾ ਲੈਣਾ ਚਾਹੀਦਾ ਹੈ, ਔਰ ਲੱਖੇ ਸਿਧਾਣੇ ਨੂੰ ਵੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਲਣਾ ਚਾਹੀਦਾ। ਪਰ ਦੀਪ ਸਿੱਧੂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੀਪ ਸਿੱਧੂ ਦੀ ਡਿਸਪਲਿਨ ਵਾਲੀ ਪ੍ਰੋਬਲਮ ਨਹੀਂ ਹੈ, ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਵਿਚਾਰਧਾਰਕ ਪ੍ਰੋਬਲਮ ਹੈ, ਜਿਹਨੂੰ ਉਹ ਮੰਨਦੇ ਨੇ ਕਿ ਮੇਰੀ ਵਿਚਾਰਧਾਰਾ ਜਿਹੜੀ ਹੈਗੀ ਹੈ ਬੜੀ ਉੱਤਮ ਵਿਚਾਰਧਾਰਾ ਹੈ, ਔਰ ਮੈਂ ਬਾਕੀ ਜਥੇਬੰਦੀਆਂ ਦੀ ਵਿਚਾਰਧਾਰਾ ਨੂੰ ਜਿਹੜਾ ਹੈਗਾ ਉਹ ਬਹੁਤ ਨਿਗੂਣਾ ਕਰਕੇ ਵੇਖ ਰਹੇ ਨੇ। ਉੱਥੇ ਦਿੱਕਤ ਆ ਰਹੀ ਹੈ ਲਗਾਤਾਰ, ਇਹ ਹੁਣ ਨਹੀਂ ਆਈ, ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀਗਾ, ਉਦੋਂ ਹੀ ਉਹਨਾਂ ਨੂੰ ਲੱਗਦਾ ਸੀਗਾ ਕਿ ਵਿਚਾਰਧਾਰਕ ਤੌਰ 'ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਉਹਨੂੰ ਲੱਗਦਾ ਸੀਗਾ ਕਿ ਗਲਤ ਕਰ ਰਹੀਆਂ ਨੇ। ਪਰ ਆਪਾਂ ਨੇ ਦੇਖਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਜੋ ਡਿਸੀਜਨ ਲਏ ਨੇ ਉਹ ਲਗਭਗ ਬਹੁਤੇ, ਕਿਉਂਕਿ ਉਹ 32 ਜਥੇਬੰਦੀਆਂ ਨੇ ਪੰਜਾਬ ਦੀਆਂ, ਔਰ ਇਸ ਤੋਂ ਇਲਾਵਾ ਜਿਹੜੀਆਂ ਨੇ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੇ, ਜਦੋਂ ਕਿ ਸਾਂਝਾ ਫੈਸਲਾ ਹੁੰਦਾ, ਇੱਕ ਪੰਚਾਇਤ ਫੈਸਲਾ ਕਰਦੀ ਹੈ, ਪੰਚਾਇਤ ਫੈਸਲੇ ਲੈਂਦੀ ਹੈ, ਤਾਂ ਉਹਦੇ ਵਿੱਚ ਲੋਕਾਂ ਦੀ ਆਵਾਜ਼ ਜਿਹੜੀ ਹੁੰਦੀ ਹੈ ਛੁਪੀ ਹੁੰਦੀ ਹੈ। ਸੋ ਉਹ ਫੈਸਲੇ ਵੱਡੇ ਫੈਸਲੇ ਹੁੰਦੇ ਨੇ, ਉਹ ਕਿਸੇ ਇੰਡੀਵਿਜੂਅਲ ਕਿਸੇ ਪਰਸਨਲ ਜਾਂ ਵਿਅਕਤੀਗਤ ਫੈਸਲੇ ਨਹੀਂ ਹੁੰਦੇ। ਵਿਅਕਤੀਗਤ ਫੈਸਲੇ ਨਾਲੋਂ ਜਿਹੜੇ ਪੰਚਾਇਤ ਦੇ ਜਾਂ ਪੰਥ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਹੁੰਦੇ ਆ, ਹਮੇਸ਼ਾ ਹੀ ਉਹ ਵੱਡੇ ਫੈਸਲੇ ਹੁੰਦੇ ਨੇ, ਔਰ ਉਹਨਾਂ ਨੂੰ ਮੰਨਣ ਦੇ ਵਿੱਚ ਹੀ ਵਡਿਆਈ ਹੁੰਦੀ ਹੈ। ਸੋ ਦੀਪ ਸਿੱਧੂ ਕਿਉਂਕਿ ਨਹੀਂ ਸੀ ਮੰਨ ਰਹੇ ਲਗਾਤਾਰ, ਆਪਾਂ ਨੂੰ ਪਤਾ ਹੈ, ਔਰ ਜੇ ਹੁਣ ਵੀ ਉਹ ਬਾਹਰ ਆ ਕੇ ਵੀ ਜੇ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ, ਜੇ ਉਹ ਕਹਿਣਗੇ ਕਿ ਮੇਰੀ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਉੱਤਮ ਹੈ,
ਔਰ ਜਥੇਬੰਦੀਆਂ ਜਿਹੜੀਆਂ ਨੇ ਉਹ ਗਲਤ ਤਰੀਕੇ ਨਾਲ ਇਹ ਕੰਮ ਕਰ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਮੱਸਿਆ ਆ ਸਕਦੀ ਹੈ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਹਜੇ ਉਹਦੇ ਵਿੱਚ ਦੁਚਿੱਤੀ 'ਚ ਨੇ, ਔਰ ਆਉਣ ਵਾਲਾ ਸਮਾਂ ਜੇ ਇਮਾਨਦਾਰੀ ਨਾਲ ਗੱਲ ਕਰੇਗਾ ਦੀਪ ਸਿੱਧੂ, ਤਾਂ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਲੱਖੇ ਸੁਧਾਣੇ ਨੂੰ ਨਾਲ ਲੈ ਲਿਆ ਉਹਨਾਂ ਨੇ, ਤਾਂ ਉਹਨੂੰ ਵੀ ਕੋਈ ਹਰਜ ਨਹੀਂ ਹੋਏਗਾ ਲੈਣ ਦੇ ਵਿੱਚ। ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਸਾਰੇ ਰਲ ਮਿਲ ਕੇ ਇਸ ਕਿਸਾਨ ਅੰਦੋਲਨ ਨੂੰ ਜਿਹੜੀ ਲੀਡ ਕਰਨ, ਤਾਂ ਜੋ ਕਿਸਾਨ ਮੋਰਚਾ ਜਿੱਤ ਪ੍ਰਾਪਤ ਕਰ ਸਕੇ। ਤਾਂ ਹੁਣ ਗੱਲਬਾਤ ਕਰਦੇ ਹਾਂ ਕਿ ਬੀਜੇਪੀ ਦੇ ਜਿਹੜੇ ਜੇਜੇਪੀ ਦੇ ਲੀਡਰ ਨੇ, ਚਾਹੇ ਉਹ ਹਰਿਆਣਾ ਦੇ ਵਿੱਚ ਜੇਜੇਪੀ ਤੇ ਬੀਜੇਪੀ ਹੈ, ਤੇ ਪੰਜਾਬ ਦੇ ਵਿੱਚ ਵੀ ਜਿਹੜੀ ਬੀਜੇਪੀ ਹੈ, ਉਹਨਾਂ ਦੇ ਕਿਸਾਨਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਲੀਡਰਾਂ ਨੂੰ। ਤਾਂ ਨਾਲ ਹੀ ਨਾਲ ਹੁਣ ਕਈ ਕਿਸਾਨ ਜਥੇਬੰਦੀਆਂ ਦੇ ਜਿਹੜੇ ਥੱਲੇ ਲੈਵਲ ਦੇ ਜਿਹੜੇ ਆਗੂ ਨੇ ਜਾਂ ਫਿਰ ਆਮ ਲੋਕ ਨੇ, ਉਹ ਗੱਲ ਇਹ ਕਹਿ ਰਹੇ ਆ ਕਿ 2022 ਆਉਣ ਦਿਓ ਸਹੀ, ਅਸੀਂ ਪੂਰੇ ਬਦਲੇ ਲੈਣੇ ਇਹਨਾਂ ਤੋਂ ਗਿਣ। ਕਿਵੇਂ ਦੇਖਦੇ ਹੋ ਜਿਹੜੇ ਹੁਣ ਇਹ ਰੁਝਾਨ ਚੱਲ ਪਏ? ਦੇਖੋ, ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਜਾਂ ਆਪਾਂ ਹਰਿਆਣੇ ਦੀ ਗੱਲ ਕਰ ਲਓ ਜਾਂ ਪੰਜਾਬ ਦੀ ਗੱਲ ਕਰ ਲਓ, ਇਹ ਬਹੁਤ ਸਾਰੇ ਲੋਕਾਂ ਨੂੰ ਨਾਅਰੇ ਲਾ ਕੇ ਸੱਤਾ 'ਚ ਆਏ ਨੇ। ਆਪਾਂ ਜੇ ਜੇਜੇਪੀ ਦੀ ਤੁਸੀਂ ਗੱਲ ਕੀਤੀ ਹੈ, ਜਿਹਦਾ ਕਿ ਬਹੁਤ ਵੱਡਾ ਵਿਰੋਧ ਹੋਇਆ ਉਹਨਾਂ ਦੇ ਪ੍ਰਧਾਨ ਸਾਹਿਬ ਦਾ ਔਰ ਹਰਿਆਣੇ ਦੇ ਉਪ ਮੁੱਖ ਮੰਤਰੀ ਦਾ, ਜਦੋਂ ਅਸੀਂ ਉਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਹੈ ਕਿ ਜੇਜੇਪੀ ਵਾਲੇ ਕਿਸਾਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਰਹੇ ਆ, ਔਰ ਲੋਕਾਂ ਨੂੰ, ਖਾਸ ਤੌਰ 'ਤੇ ਕਿਸਾਨਾਂ ਨੂੰ ਇਹ ਕਹਿੰਦੇ ਰਹੇ ਆ ਕਿ ਅਸੀਂ ਕਿਸਾਨ ਦਾ ਭਲਾ ਚਾਹੁੰਦੇ ਹਾਂ। ਪਰ ਹੋ ਬਿਲਕੁਲ ਉਲਟ ਰਿਹਾ। ਚਾਹੇ ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਵੀ ਜਿਹੜੇ ਸੱਤਾਧਾਰੀ ਲੋਕ ਨੇ, ਉਹ ਵੀ ਬਹੁਤ ਸਾਰੇ ਲਾਰੇ ਲਾ ਕੇ, ਬਹੁਤ ਸਾਰੇ ਨਾਅਰੇ ਦੇ ਕੇ, ਔਰ ਬਹੁਤ ਸਾਰੀਆਂ ਆਪਾਂ ਨੂੰ ਪਤਾ ਹੈ ਕਿ ਸੌਹਾਂ ਖਾ ਕੇ ਉਹ ਸੱਤਾ 'ਚ ਆਏ ਸੀਗੇ, ਜੇ ਆਪਾਂ ਕਾਂਗਰਸ ਦੀ ਗੱਲ ਕਰੀਏ। ਔਰ ਹੁਣ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਲਾਸਟ ਈਅਰ ਹੈ ਔਰ ਅਗਲੇ ਸਾਲ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ, ਹੁਣ ਤੱਕ ਕੋਈ ਜਿਹੜੇ ਨੇ ਉਸ ਤਰ੍ਹਾਂ ਦੇ ਜਿਹੜੇ ਨੇ ਲਾਰੇ ਹਜੇ ਲਾਰੀ ਪਏ ਨੇ, ਕੋਈ ਵਾਅਦੇ ਜਿਹੜੇ ਨੇ ਉਹ ਮਤਲਬ ਹਕੀਕਤ ਤੌਰ 'ਤੇ ਨਹੀਂ ਬਦਲੇ। ਸੋ ਇੱਥੋਂ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਲਗਾਤਾਰ ਵੱਧ ਰਹੀ ਆ। ਔਰ ਦੂਜਾ ਜਿਹੜੀ ਵੱਡੀ ਗੱਲ ਹੈ ਕਿ 3 ਕਾਲੇ ਕਾਨੂੰਨ ਐਸੇ ਲਿਆਂਦੇ ਨੇ, ਔਰ ਉਹ ਕਾਲੇ ਕਾਨੂੰਨ ਆਪਾਂ ਨੂੰ ਪਤਾ ਹੈ ਕਿ ਸੈਂਟਰ ਜਿਹੜੀ ਸਰਕਾਰ ਹੈ ਮੋਦੀ ਦੀ, ਉਹ ਟਸ ਤੋਂ ਮਸ ਨਹੀਂ ਹੋ ਰਹੀ, ਉਹਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ। ਸੋ ਉਹ ਵੀ ਫਰਸਟ੍ਰੇਸ਼ਨ ਹੈ ਸੈਂਟਰ ਦੀ, ਜਿਹੜੀ ਉਹ ਵੱਖਰੀ ਕਾਲੇ ਕਾਨੂੰਨ ਹੋਣ ਕਰਕੇ, ਔਰ ਦੂਸਰੀ ਜਿਹੜੀ ਸਾਡੀ ਸਟੇਟ ਦੀ ਜਿਹੜੀ ਵਾਅਦੇ ਕੀਤੇ ਆ ਲੋਕਾਂ ਦੇ ਨਾਲ, ਉਹ ਜਦੋਂ ਪੂਰੇ ਨਹੀਂ ਹੁੰਦੇ, ਉਹਦੀ ਵੀ ਫਰਸਟ੍ਰੇਸ਼ਨ ਹੈ। ਸੋ ਇਹ ਸਾਰੀਆਂ ਜਿਹੜੀਆਂ ਫਰਸਟ੍ਰੇਸ਼ਨਸ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਿਹੜੇ ਉਹਨਾਂ ਨੂੰ ਯਾਦ ਆ ਰਹੇ ਨੇ। ਹੁਣ ਸੱਤਾ ਹੁਣ ਜਾ ਰਹੀ ਹੈ, 5 ਸਾਲ ਬੀਤਣ ਵਾਲੇ ਨੇ। ਸੋ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇੱਕ ਬਗਾਵਤੀ ਸੁਰਾਂ ਜਿਹੜੀਆਂ ਨੇ ਉੱਭਰ ਰਹੀਆਂ ਨੇ, ਔਰ ਇਹ ਵੱਖ-ਵੱਖ ਜਿਵੇਂ ਜਿਉਂ ਇਹ ਸਮਾਂ ਨੇੜੇ ਆਏ ਜਾਗਾ ਚੋਣਾਂ ਦਾ 22 ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਜੇ ਗੱਲ ਕਰੀਏ, ਤਾਂ ਲੋਕ ਸਵਾਲ ਪੁੱਛਣਗੇ, ਉਹਨਾਂ ਕੁਦਰਤੀ ਹੈ, ਕਿਉਂਕਿ ਹੁਣ ਦਾ ਜਿਹੜਾ ਵੋਟਰ ਹੈ ਉਹ ਕਾਫੀ ਚੇਤੰਨ ਹੈ। ਉਹ ਪਹਿਲਾਂ ਵਾਲਾ ਨਹੀਂ ਹੈ ਕਿ ਅਸੀਂ ਲਾਰੇ ਲਾ ਕੇ ਜਿਹੜਾ ਹੈਗਾ ਉਹ ਇੱਦਾਂ ਸੱਤਾ ਵਿੱਚ ਆਉਣਗੇ। ਸੋ ਇੱਦਾਂ ਦੀਆਂ ਸੰਭਾਵਨਾਵਾਂ ਘਟਣਗੀਆਂ, ਪਰ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਵਧੇਗੀ, ਔਰ ਜਿਉਂ ਹੀ ਫਰਸਟ੍ਰੇਸ਼ਨ ਵਧੇਗੀ ਤਾਂ ਲੋਕ ਜਿਹੜੇ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਵੀ ਪੁੱਛਣਗੇ, ਔਰ ਉਹ ਜਿਹੜੀਆਂ ਨੇ ਉਹਦੇ ਨਾਲ ਜਿਹੜੀਆਂ ਮਾੜੀਆਂ ਘਟਨਾਵਾਂ ਹੋਣ ਦੀਆਂ ਵੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਜੀ। ਤਾਂ ਇਹਨਾਂ ਮੁੱਦਿਆਂ ਦੇ ਉੱਪਰ ਆਪਣਾ ਕੀਮਤੀ ਸਮਾਂ ਦੇਣ ਲਈ, ਗੱਲਬਾਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮੇਂਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਆਪਣੇ ਵਿਚਾਰ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।